ਵਧੀਆ ਗੁਰੂ ਘਰ ਕੀ ਬਣਾਤਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸੰਗਤ ਜੀ, ਅੱਜ 3 ਸਾਲ ਬਾਅਦ ਇਹ ਸੰਗਤ ਜਿਹੜੀ ਆ ਗੁਰੂ ਘਰ ਦਾ ਜਿਹੜਾ ਦਰਵਾਜ਼ਾ ਖੋਲ੍ਹੇਗੀ ਭਾਈ ਨੋਬਲਜੀਤ ਸਿੰਘ ਜੀ। 3 ਸਾਲ ਤੋਂ ਜਿਹੜਾ ਇਹਨੂੰ ਦਰਵਾਜ਼ੇ ਨੂੰ ਲੋਕ ਲੱਗਾ ਸੀਗਾ। ਸੋ ਗੁਰੂ ਸਾਹਿਬ ਦੀ ਕਿਰਪਾ ਕਰਦੇ ਦਰਸ਼ਨ ਅੰਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਪ੍ਰਕਾਸ਼ ਹੈਗੀ ਜੀ, ਪ੍ਰਕਾਸ਼ ਹੈ। ਲਾਈਟ देखो, पखे चला के पखे चलाओ माड़े जी, पखे चलाओ। आनंद मगन रस राम। ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਕਾਰ ਕਮੇਟੀ ਦੇ ਮੈਂਬਰ ਸਾਹਿਬਾਨ ਪਹੁੰਚੇ ਅਤੇ ਡੀਐਸਪੀ ਸਾਹਿਬ ਹੋਰ ਪ੍ਰਸ਼ਾਸਨ ਸਾਹਿਬ ਪਹੁੰਚੇ ਸੀ। ਸਾਰਿਆਂ ਦਿਲੋਂ ਧੰਨਵਾਦੀ ਹਾਂ। ਅਤੇ ਜੋ ਅੱਜ ਉਹਨਾਂ ਨੇ ਫੈਸਲਾ ਲਿਆ ਉਹ ਸਾਰੇ ਹੀ ਨਗਰ ਨਿਵਾਸੀ ਸਾਧ ਸੰਗਤ ਦੇ ਹਜ਼ੂਰੀ ਦੇ ਵਿੱਚ ਲਿਆ ਅਤੇ ਬਹੁਤ ਹੀ ਸੰਗਤ ਦੇ ਵਿੱਚ ਖੁਸ਼ੀ ਦੀ ਲਹਿਰ ਆ ਕਿ 3 ਸਾਲ ਬਾਅਦ ਗੁਰੂ ਘਰ ਦੁਬਾਰਾ ਬਹਾਲ ਹੋਏ ਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹੀ ਕੁਛ ਪਿੰਡ ਦੀ ਸੰਗਤ ਚਾਹੁੰਦੀ ਸੀ ਕਿ ਗੁਰੂ ਘਰ ਖੁੱਲ੍ਹੇ ਅਤੇ ਗੁਰੂ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਅਤੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਜਾਵੇ ਅਤੇ ਪਹਿਲਾਂ ਵਾਂਗੂ ਹੀ ਜੋ ਗੁਰੂ ਦੇ ਲੰਗਰ ਟੁੱਟ ਵਰਤਦੇ ਸੀ ਵਰਤਾਏ ਜਾਣ ਅਤੇ ਗੁਰਬਾਣੀ ਦਾ ਪ੍ਰਵਾਹ ਚਲਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਮੇਰੇ ਪਿੰਡ ਦੇ ਵਿੱਚ 3 ਸਾਲ ਤੋਂ ਗੁਰਦੁਆਰਾ ਬੰਦ ਸੀ। ਅਸੀਂ ਬਹੁਤ ਚਾਹੁੰਦੇ ਸੀ ਕਿ ਸਾਰੀ ਸੰਗਤ ਇਕੱਠੀ ਹੋ ਕੇ ਸਤਿਕਾਰ ਨਾਲ ਇੱਥੇ ਆਈਏ, ਰਲ ਮਿਲ ਕੇ ਰਹੀਏ। ਸਭ ਤੋਂ ਅੱਗੇ ਗੁਰਦੁਆਰਾ ਸੀ, ਅੱਜ ਅਸੀਂ ਸਭ ਤੋਂ ਪਿੱਛੇ ਸੀ। ਸਾਡਾ ਬਹੁਤ ਦਿਲ ਦੁਖੀ ਸੀ, ਤੜਫਦਾ ਸੀ। ਮੇਰੇ ਘਰ ਵਿੱਚ ਮੇਰੇ ਪਤੀ ਦਾ ਮਰਗ ਹੋਇਆ ਤੇ ਮੇਰਾ ਘਰ ਛੋਟਾ ਸੀ ਕਿ ਮੈਂ ਉੱਥੇ ਸੰਗਤ ਨੂੰ ਨਹੀਂ ਐਡਜਸਟ ਕਰ ਸਕਦੀ ਸੀ। ਇਹ ਗੁਰਦੁਆਰਾ ਖੁੱਲ੍ਹਾ ਹੁੰਦਾ ਤੇ ਮੈਂ ਬਹੁਤ ਵਧੀਆ ਪ੍ਰੋਗਰਾਮ ਕਰ ਸਕਦੀ ਸੀ। ਚਲੋ ਕੋਈ ਨਹੀਂ, ਅੱਜ ਵੀ ਇਹ ਗੁਰਦੁਆਰਾ ਖੁੱਲ੍ਹਣ ਦੇ ਨਾਲ ਮੇਰਾ ਬਹੁਤ ਮਾਣ ਵੱਧ ਗਿਆ। ਮੈਂ ਆਉਣ ਵਾਲੇ ਫੰਕਸ਼ਨ ਜਿਹੜੇ ਆ, ਮੇਰੇ ਬੱਚਿਆਂ ਦੇ ਵਿਆਹ ਲੈ ਲਓ ਜਾਂ ਮੇਰੇ ਪਰਿਵਾਰ ਦੇ ਹੋਰ ਭਾਈਆਂ ਭੈਣਾਂ ਦੇ ਇੱਥੇ ਫੰਕਸ਼ਨ ਹੋਣਗੇ ਤੇ ਬਹੁਤ ਮੈਨੂੰ ਚੰਗਾ ਲੱਗਾ ਤੇ ਮੈਂ ਬਹੁਤ ਖੁਸ਼ ਹਾਂ, ਤਹਿ ਦਿਲੋਂ ਖੁਸ਼ ਹਾਂ। ਮੇਰੀ ਇਹ ਆਤਮਾ ਦੀ ਆਵਾਜ਼ ਵਾ, ਗੁਰਦੁਆਰਾ ਖੁੱਲ੍ਹਣ ਦੇ ਨਾਲ ਨਾ ਅਸੀਂ ਸਾਰਾ ਹੀ ਪਰਿਵਾਰ, ਸਾਰਾ ਹੀ ਪਿੰਡ ਬਹੁਤ ਖੁਸ਼ ਹਾਂ। ਬਹੁਤ ਖੁਸ਼ੀ ਹੋਈ ਸਾਨੂੰ ਬੋਲੋ। ਕੈਮਰੇ ਕੀ ਹੱਥ ਕਰੋ, ਉਹਨੇ ਵੀ ਉਧਰ ਕੈਮਰਾ ਆਣਾ। ਕਰੋ। ਅਸੀਂ ਜੋ ਸਾਰੇ ਮੈਂਬਰ ਜਿਨ੍ਹਾਂ ਨੇ ਸਾਡੇ ਪਿੰਡ ਦਾ ਬਹੁਤ ਸਹਿਯੋਗ ਦਿੱਤਾ, ਇਹਨਾਂ ਦੇ ਸਹਾਰੇ ਸਾਡਾ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਗੁਰਦੁਆਰਾ ਖੁੱਲ੍ਹ ਗਿਆ ਆ। ਸਾਨੂੰ ਬਹੁਤ ਮਾਣ ਆ। ਅਸੀਂ ਇਸ ਪਿੰਡ ਦੇ ਵਿੱਚ ਰਹਿਣਾ ਆ, ਇਕੱਠੇ ਹੀ ਰਹਿਣਾ, ਰਲ ਮਿਲ ਕੇ ਰਹਿਣਾ ਆ। ਸਾਡਾ ਇੱਕ ਦੂਜੇ ਤੋਂ ਬਿਨਾਂ ਨਹੀਂ ਸਰਦਾ। ਸਾਰੇ ਪਰਿਵਾਰ ਵਾਂਗੂ ਰਹੋ, ਰਲ ਮਿਲ ਕੇ ਬਸ ਬਹੁਤ ਧੰਨਵਾਦ। ਇਸ ਪਿੰਡ ਦੇ ਵਿੱਚ ਇਸ ਤਰ੍ਹਾਂ ਮਿਲਦੇ ਰਹਿਣਾ ਸਾਰਿਆਂ ਨੇ। ਬਸ ਮੇਰੀ ਇਹੀ ਆ ਸੂਚਨਾ। ਬਹੁਤ ਵਾਹਿਗੁਰੂ ਜੀ ਕੀ ਫਤਿਹ। ਸੋ ਟੋਡਰਪੁਰ ਵਿਖੇ ਜੋ ਮਸਲਾ 3 ਸਾਲ ਤੋਂ ਜਦੋਂ ਗੁਰੂ ਘਰ ਦਾ ਜੋ ਜਿੰਦਾ ਬੰਦ ਸੀ, ਲੱਗਾ ਸੀ ਨੂੰ 3 ਸਾਲ ਤੋਂ ਕੋਈ ਸੰਗਤ ਇੱਥੇ ਆਉਂਦੀ ਨਹੀਂ ਸੀ, ਜਾਂਦੀ ਸੀ ਨਹੀਂ ਸੀ। ਸੋ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਸਾਰੇ ਇੱਕ ਇਕੱਠੇ ਹੋ ਗਏ ਆ। ਪ੍ਰਸ਼ਾਸਨ ਦਾ ਵੀ ਧੰਨਵਾਦ, ਆਏ ਹੋਏ ਸਾਰੇ ਸੱਜਣਾ ਦਾ ਵੀ ਧੰਨਵਾਦ। ਸੋ ਸਾਰੇ ਪਿੰਡ ਦਾ ਵੀ ਧੰਨਵਾਦ ਕਰਦੇ ਆ, ਸੰਗਤ ਦਾ ਵੀ ਧੰਨਵਾਦ ਆ। ਹੁਣ ਭਾਈ ਸਾਹਿਬ ਜੀ ਇਹ ਸਾਡੇ ਸਰਪੰਚ ਸਾਹਿਬ ਨੂੰ ਚਾਬੀਆਂ ਦੇਣਗੇ ਗੁਰੂ ਘਰ ਦੀਆਂ, ਭਾਈ ਪਰਵਿੰਦਰ ਸਿੰਘ ਜੀ, ਜੋ ਅੱਜ ਤੋਂ ਸਾਂਭ ਸੰਭਾਲੇ ਕਰਨਗੇ। ਸਵੇਰੇ ਨਿਤਨੇਮ ਹੋਊਗਾ, ਸ਼ਾਮ ਨੂੰ ਨਿਤਨੇਮ ਹੋਊਗਾ ਔਰ ਸਪੀਕਰ ਵੀ ਚਲੇਗਾ ਇੱਥੇ। ਤੋ ਜਿਹੜੀ ਸੰਗਤ ਆ ਇੱਥੇ ਪਿੰਡ ਦੀ ਹਰ ਰੋਜ਼ ਇੱਥੇ ਸੇਵਾ ਕਰੂਗੀ। ਤੋ ਜੋ ਇੱਥੇ ਪੇਂਟ ਪੂੰਟ ਕਰਨਾ ਸਾਰਾ ਹੀ ਸੇਵਾ ਤੁਹਾਡੀ ਜ਼ਿੰਮੇਵਾਰੀ। ਹੁਣ 30 ਤਰੀਕ ਤੋਂ ਪਹਿਲਾਂ ਤੁਸੀਂ ਦੱਸਣਾ ਆ ਵੀ ਸਾਡਾ ਜਿਹੜਾ ਇਕੱਠ ਆ, ਆਪਾਂ ਇਕੱਠੇ ਆ ਪਿੰਡ ਵਿੱਚ ਤੇ ਗੁਰੂ ਸਾਹਿਬ ਨੂੰ ਆਪਾਂ ਸਮਰਪਿਤ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ। ਸੋ ਸਾਡੇ ਨਾਲ ਭਾਈ ਨੋਬਲਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇਹੀ ਗੱਲ ਕਹਿਣਾ ਵੀ ਹਰ ਗੱਲ ਤੋਂ ਉੱਪਰ ਉੱਠ ਕੇ ਅਸੀਂ ਗੁਰੂ ਦੇ ਨਾਲ ਜੁੜੀਏ। ਅਸੀਂ ਜੇ ਕੋਈ ਆਪਣੇ ਕੋਈ ਵਖਰੇਵੇਂ ਆ, ਕੋਈ ਨਿੱਜੀ ਆ, ਕੋਈ ਪਾਰਟੀਬਾਜ਼ੀ ਨੂੰ ਲੈ ਕੇ, ਇਹ ਸਾਰੀਆਂ ਗੱਲਾਂ ਅਸੀਂ ਗੁਰੂ ਘਰ ਦੇ ਦਰਵਾਜ਼ੇ ਤੋਂ ਬਾਹਰ ਰੱਖ ਕੇ ਅੰਦਰ ਆਈਏ ਤੇ ਨਿਭ ਕੇ ਅਸੀਂ ਗੁਰੂ ਦੇ ਚਰਨਾਂ ਹੀ ਲੱਗੀਏ, ਕਿਉਂਕਿ ਸਾਡਾ ਪਾਰ ਉਤਾਰਾ ਉਸ ਗੁਰੂ ਦੇ ਲੜ ਲੱਗ ਕੇ ਹੀ ਹੋਣਾ। ਤੇ ਬਹੁਤ ਧੰਨਵਾਦ ਆ। ਬੜੀ ਖੁਸ਼ੀ ਦੀ ਗੱਲ ਆ ਜਦੋਂ ਇਦਾਂ ਇਕੱਠੇ ਹੋਣ ਦੀ ਗੱਲ ਆਉਂਦੀ ਅੱਜ, ਕਿਉਂਕਿ ਸਮਾਂ ਇਦਾਂ ਦਾ ਬਣਿਆ ਹੋਇਆ, ਪਾਟੋ ਧਾੜੀ ਚੱਲੀ ਹੋਈ ਹੈ ਤਾਂ ਕੋਈ ਵੀ ਬੰਦਾ ਨਹੀਂ ਮਿਲਦਾ ਜਿਹੜਾ ਲਿਆ ਕੇ ਇਕੱਠਿਆਂ ਨੂੰ ਜੋੜ ਦੇਵੇ, ਬਿਠਾ ਦੇਵੇ।
ਤੇ ਅੱਜ ਜੇ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੇ ਤੇ, ਅੱਜ ਅਸੀਂ ਸਾਰੇ ਇਕੱਠੇ ਬੈਠੇ ਆ, ਇਹ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ। ਅਸੀਂ ਸਾਰੇ ਜਾਣੇ ਇਦਾਂ ਹੀ ਇਕੱਠੇ ਰਹੀਏ, ਨਿਸ਼ਾਨ ਝੁਲਦੇ ਰਹਿਣ, ਬਾਣੀ ਸੁਣਦੇ ਲਈਏ, ਅਸੀਂ ਸੁਣਦੇ ਰਹੀਏ, ਲੰਗਰ ਅਸੀਂ ਇਕੱਠੇ ਛਕਦੇ ਰਹੀਏ। ਇਹੀ ਗੁਰੂ ਮਹਾਰਾਜ ਦੀ ਸਾਨੂੰ ਜਿਹੜੀ ਇਹ ਸਿਧਾਂਤ ਦਿੱਤੇ ਆ, ਉਹ ਸਾਡੇ ਗੁਰੂ ਮਹਾਰਾਜ ਸਾਡੇ ਉੱਤੇ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਤਾਂ ਡੀਐਸਪੀ ਸਾਹਿਬ ਦੇ ਜਿਹੜਾ ਸਹਿਯੋਗ ਕੀਤਾ ਸਾਰਿਆਂ ਨੇ, ਸੰਗਤ ਨੇ ਕੀਤਾ ਸਹਿਯੋਗ, ਜਿਹੜਾ ਗੁਰਦੁਆਰਾ ਸਾਹਿਬ ਖੁੱਲ੍ਹਾ ਹੁਣ ਤਾਂ ਬਹੁਤ ਬਹੁਤ ਧੰਨਵਾਦੀ। ਸੇਵਾ ਕਰੋ ਇਸੇ ਕਰਨੇ ਨਾਲ ਮਿਲ ਕੇ। ਨਰਿੰਦਰ ਸਿੰਘ ਕਮੇਟੀ ਵੱਲੋਂ ਕੱਲ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਟੋਡਰ ਪਿੰਡ ਦੇ ਵਿੱਚ ਜਿਹੜੀ ਆ ਗੁਰੂ ਮਰਿਆਦਾ ਨਹੀਂ ਰੱਖੀ ਜਾ ਰਹੀ। 3 ਸਾਲ ਤੋਂ ਗੁਰੂ ਘਰ ਬੰਦ ਪਏ ਆ ਤੇ ਇਹਦਾ ਜਿਹੜੀ ਸੇਵਾ ਜਿਹੜੀ ਹੈਗੀ ਆ ਇਹਦੀ ਕਰਵਾਈ ਜਾਵੇ। ਇਸ ਸੰਬੰਧੀ ਡੀਐਸਪੀ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਉਹ ਵੀ ਹਾਜ਼ਰ ਹੋਣ। ਡੀਐਸਪੀ ਸਾਹਿਬ ਤੇ ਐਸਐਚਓ, ਨਾਇਬ ਤਹਿਸੀਲਦਾਰ ਸਾਹਿਬ ਤੇ ਹੋਰ ਸਾਡੇ ਸਾਰੇ ਰੈਵਨਿਊ ਅਫੀਸ਼ੀਅਲਸ ਜਿਹੜੇ ਹਾਜ਼ਰ ਆਏ ਆ, ਪੁਲਿਸ ਅਫੀਸ਼ੀਅਲਸ ਵੀ। ਤੇ ਇਹਦੇ ਨਾਲ ਹੀ ਜਿਹੜੀ ਹੈਗੀ ਆ ਸਤਿਕਾਰ ਕਮੇਟੀ ਵਾਲਿਆਂ ਨੂੰ ਵੀ ਇਨਫੋਰਮੇਸ਼ਨ ਦਿੱਤੀ ਸੀ ਕਿ ਤੁਸੀਂ ਵੀ ਆ ਜਾਓ। ਤੇ ਆਪਾਂ ਪਿੰਡ ਵਾਲੇ ਸਾਰੇ ਦੋਨੇ ਪਾਰਟੀਆਂ ਇਕੱਠੇ ਕੀਤੀਆਂ ਤੇ ਦੋਨੇ ਪਾਰਟੀਆਂ ਇਕੱਠੀਆਂ ਕਰਕੇ ਇਹਨਾਂ ਦਾ ਜਿਹੜਾ ਆਪਸ ਵਿੱਚ ਜਿਹੜਾ ਹੈਗਾ ਟਕਰਾਅ ਸੀਗਾ ਉਹ ਇਹਨਾਂ ਦਾ ਸੁਲਝਾ ਦਿੱਤਾ ਗਿਆ ਆ। ਇਹ ਗੁਰੂ ਜਿਹੜੀ ਸੇਵਾ ਆ, ਇਹਨਾਂ ਨੇ ਕਿਹਾ ਕਿ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ। ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਕੋਰਟ ਕੇਸ ਚੱਲਦਾ, ਪਰਮਾਨੈਂਟ ਇੰਜੰਕਸ਼ਨ ਦਾ ਦਾਅਵਾ ਚੱਲਦਾ ਪਿਆ ਕੋਰਟ ਦੇ ਵਿੱਚ। ਉਹ ਇਹਨਾਂ ਨੂੰ ਕਿਹਾ ਡਾਕੂਮੈਂਟ ਦਿਖਾਏ ਜਾਣ ਤੇ 144 ਦੇ ਵੀ ਇਹਨਾਂ ਨੇ ਦੱਸਿਆ 144 ਦਫਾ ਲੱਗੀ ਹੋਈ ਸੀ, ਉਹਦੇ ਵੀ ਡਾਕੂਮੈਂਟ ਮੰਗੇ ਆ। ਕੋਈ ਹੋਰ ਵੀ ਕੋਰਟ ਕੇਸ ਦਾ ਕੋਈ ਜੇਕਰ ਕੋਈ ਪੈਂਡਿੰਗ ਪਿਆ ਜਾਂ ਕਿਸੇ ਵੱਲੋਂ ਕੋਈ ਸਟੇ ਹੋਇਆ, ਉਹ ਇਹਨਾਂ ਤੋਂ ਡਾਕੂਮੈਂਟ ਮੰਗੇ ਆ। ਪਿੰਡ ਵਾਲੇ ਸਾਰੇ ਦੋਨੇ ਪਾਰਟੀਆਂ ਨੇ ਕਿਹਾ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਕਿ ਅਸੀਂ ਜਿਹੜੀ ਹੈਗੀ ਆ ਪੂਰੇ ਰਸਮ ਰਿਵਾਜ਼ਾਂ ਨਾਲ ਜਿਹੜੀ ਹੈਗੀ ਆ ਗੁਰੂ ਸਾਹਿਬ ਦੀ ਸੇਵਾ ਕਰ ਸਕੀਏ। ਇਸ ਲਈ ਜਿਹੜਾ ਹੈਗਾ ਹੁਣ ਜਿਹੜਾ ਦੋ ਬੰਦੇ ਬਣਾਏ ਗਏ ਆ, ਇੱਕ ਸਰਪੰਚ ਸਾਹਿਬ ਤੇ ਦੂਸਰੇ ਲੰਬੜਦਾਰ ਜੀ, ਇਹ ਅੱਗੇ ਨਿਕਲ ਕੇ ਆਏ ਆ। ਇਹਨਾਂ ਨੇ ਕਿਹਾ ਕਿ ਅਸੀਂ ਸੇਵਾ ਸੰਭਾਲਾਂਗੇ ਤੇ ਜਿਹੜੀ ਗੁਰੂ ਮਰਿਆਦਾ ਨੂੰ ਬਹਾਲ ਰੱਖਦੇ ਹੋਏ। ਪਹਿਲਾਂ ਵੀ ਇਹਨਾਂ ਦੇ ਪਿੰਡ ਜਿਹੜਾ ਹੈਗਾ ਅੱਜ ਦੇ ਦਿਨ ਤੱਕ ਵੀ ਇੱਕ ਸਿੰਘ ਸਾਹਿਬ ਆਉਂਦੇ ਸੀਗੇ, ਉਹ ਸਵੇਰੇ ਤੇ ਸ਼ਾਮ ਆ ਕੇ ਗੁਰੂ ਸਾਹਿਬ ਦਾ ਜਿਹੜਾ ਹੈਗਾ ਪ੍ਰਕਾਸ਼ ਕਰਦੇ ਸੀਗੇ ਤੇ ਸ਼ਾਮ ਨੂੰ ਸਿੰਘਾਸਨ ਕਰਦੇ ਸੀ। ਇਹਨਾਂ ਨੇ ਹੁਣ ਪਿੰਡ ਵਾਲੇ ਨੇ ਕਿਹਾ ਕਿ ਅਸੀਂ ਰਲ ਮਿਲ ਕੇ ਸੇਵਾ ਕਰਾਂਗੇ ਤੇ ਇਸ ਕਰਕੇ ਹੁਣ ਜਿਹੜਾ ਮਸਲਾ ਇਹਨਾਂ ਨੇ ਨਾਲੇ ਅਸੀਂ ਜਿਹੜਾ ਸਪੈਸ਼ਲ ਅਸੀਂ ਜਿਹੜਾ ਹੈਗਾ ਸਤਿਕਾਰ ਕਮੇਟੀ ਦੇ ਜਿਹੜੇ ਭਾਈ ਸਾਹਿਬ ਆਏ ਆ, ਇਹਨਾਂ ਨੇ ਬੜੀ ਦੂਰੋਂ ਚੱਲ ਕੇ ਆਏ ਆ, ਅਸੀਂ ਇਹਨਾਂ ਦਾ ਵੀ ਥੈਂਕਸ ਕਰਦੇ ਆ। ਇਹਨਾਂ ਨੇ ਜਿਹੜਾ ਹੈ ਇਸ ਕੰਪਰੋਮਾਈਜ਼ ਕਰਨ ਦੇ ਵਿੱਚ ਇਹਨਾਂ ਦੇ ਪਿੰਡ ਵਾਲਿਆਂ ਨੂੰ ਕਿਹਾ ਕਿ ਸਾਨੂੰ ਕਿਸੇ ਤਰ੍ਹਾਂ ਵੀ ਤੁਹਾਨੂੰ ਹੈਲਪ ਦੀ ਲੋੜ ਹੁੰਦੀ ਆ ਸਾਨੂੰ ਦੱਸੋ, ਅਸੀਂ ਤੁਹਾਡੇ ਨਾਲ ਹੈਗੇ ਆ, ਪਰ ਗੁਰੂ ਸਾਹਿਬ ਦੇ ਸਤਿਕਾਰ ਬਹਾਲ ਕੀਤੇ ਜਾਣੇ ਚਾਹੀਦੇ ਆ। ਇਹਨਾਂ ਦਾ ਵੀ ਥੈਂਕਸ ਕਰਦੇ ਆ ਕਿ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਦਾ ਸਾਥ ਦਿੱਤਾ ਇਹ ਮਸਲਾ ਸੁਲਝਾਉਣ ਦੇ ਲਈ। ਤੇ ਪਿੰਡ ਵਾਲਿਆਂ ਦਾ ਸਾਰਿਆਂ ਦਾ ਥੈਂਕਸ ਕਿ ਅੱਗੇ ਤੋਂ ਤੁਸੀਂ ਰਲ ਮਿਲ ਕੇ ਚੱਲੋ ਤੇ ਨਾਲੇ ਆਸ ਕਰਦਾ ਹੈ ਕਿ ਤੁਸੀਂ ਸਾਨੂੰ ਡਾਕੂਮੈਂਟ ਦਿਖਾਓਗੇ। ਕੱਲ ਨੂੰ ਕਿਸੇ ਕੋਰਟ ਕਚਹਿਰੀ ਦੇ ਕਿਸੇ ਹੁਕਮਾਂ ਦੀ ਆਪਾਂ ਉਲੰਘਣਾ ਨਾ ਕਰ ਦਈਏ, ਤਾਂ ਕਰਕੇ ਡਾਕੂਮੈਂਟ ਮੰਗੇ ਆ। ਤੁਸੀਂ ਸੇਵਾ ਜਿਹੜੀ ਹੈਗੀ ਲੰਬੜਦਾਰ ਸਾਹਿਬ ਤੇ ਸਰਪੰਚ ਸਾਹਿਬ ਮੋਹਰੀ ਹੋ ਕੇ ਇਸ ਜਿਹੜੀ ਸੇਵਾ ਸਾਰੀ ਸਿਰੇ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਟੋਡਰਪੁਰ ਵਿਖੇ ਜੋ ਬਹੁਤ ਹੀ ਪੁਰਾਣਾ ਜਿਹੜਾ ਮਸਲਾ ਇੱਥੇ ਗੁਰੂ ਘਰ ਵਿੱਚ ਚੱਲ ਰਿਹਾ ਸੀ, ਜਿਸ ਵਿੱਚ ਦੋਨਾਂ ਧਿਰਾਂ ਦਾ ਬਹੁਤ ਰਕਾਅ ਚੱਲ ਰਿਹਾ ਸੀ ਗੁਰਦੁਆਰੇ ਸਾਹਿਬ ਵਿੱਚ। 3 ਸਾਲ ਤੋਂ ਉੱਪਰ ਜਿਹੜਾ ਗੁਰੂ ਘਰ ਦਾ ਜਿਹੜਾ ਦਰਵਾਜ਼ਾ ਜਿਹੜਾ ਗੇਟ ਉਹ ਬੰਦ ਸੀਗਾ ਤੇ ਗ੍ਰੰਥੀ ਕਦੀ ਆਉਂਦਾ ਸੀ ਤੇ ਪ੍ਰਕਾਸ਼ ਕਰ ਦਿੰਦਾ ਸੀਗਾ। ਤੇ ਹੁਣ ਕਾਫੀ ਦੇਰ ਬਾਅਦ ਜਿਹੜੀ ਸਤਿਕਾਰ ਕਮੇਟੀ ਪੰਜਾਬ ਤੇ ਮੋਹਤਬਰ ਜਥੇਬੰਦੀਆਂ ਪੈ ਕੇ ਸਾਡੇ ਡੀਐਸਪੀ ਸਾਹਿਬ ਹੋਰ ਐਸਡੀਐਮ ਸਾਹਿਬ ਤੇ ਹੋਰ ਸਾਰੇ ਜਿਹੜੇ ਹੈਗੇ ਆ ਪਤਵੰਤੇ ਸੱਦਣ ਪਿੰਡ ਦੇ, ਅੱਜ ਇੱਕ ਫੈਸਲਾ ਕੀਤਾ ਗਿਆ ਕਿ ਆ 15 ਦਿਨਾਂ ਦੇ ਵਿੱਚ ਜਿਹੜੇ ਵੀ ਇਹਨਾਂ ਦੇ ਕੋਰਟ ਦੇ ਕਾਗਜ਼ ਆ ਉਹ ਆਪਣੇ ਲੈ ਕੇ ਐਸਡੀਐਮ ਸਾਹਿਬ ਕੋਲ ਪਹੁੰਚਣਗੇ। ਉਹਨੂੰ ਦੇਖਦੇ ਹੋਏ ਜਿਹੜਾ ਕੋਰਟ ਦਾ ਜਿਹੜਾ ਕੰਮ ਖਤਮ ਕੀਤਾ ਜਾਵੇਗਾ ਤਾਂ ਜਿਹੜਾ ਇੱਥੇ ਆਪਸ ਵਿੱਚ ਪਿੰਡ ਵਿੱਚ ਪਿਆਰ ਬਣੇਗਾ ਤਾਂ ਜਿਹੜੀਆਂ ਵੀ ਆ ਸ਼ਰਤਾਂ ਵਿੱਚ ਲਿਖੀਆਂ ਉਹਨੂੰ ਮੰਨਿਆ ਜਾਵੇਗਾ। ਤੇ 30 ਤਰੀਕ ਤੋਂ ਬਾਅਦ ਜਿਹੜੀ ਨਿਸ਼ਾਨ ਸਾਹਿਬ ਦਾ ਚੱਲਦਾ ਸੀ ਮਸਲਾ ਉਹ ਵੀ ਹੱਲ ਕੀਤਾ ਜਾਵੇਗਾ। ਪ੍ਰੋਪਰ ਜਿਹੜੀ ਹੁਣ ਜ਼ਿੰਮੇਵਾਰੀ ਜਿਹੜੀ ਹੈਗੀ ਆ ਇਹ ਸਾਡੇ ਲੰਬੜਦਾਰ ਸਾਹਿਬ ਔਰ ਸਰਪੰਚ ਸਾਹਿਬ ਦੀ ਆ ਵੀ ਜਿਹੜਾ ਹਰ ਰੋਜ਼ ਸਵੇਰੇ ਸ਼ਾਮ ਨਿਤਨੇਮ ਹੋਣਗਾ। ਇੱਥੇ ਗੁਰਦੁਆਰੇ ਦਾ ਸਪੀਕਰ ਵੀ ਲੱਗਿਆ ਜਾਵੇਗਾ ਔਰ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਾਰੀ ਸੰਗਤ ਨੇ ਸਵੇਰੇ ਸ਼ਾਮ ਇੱਥੇ ਆਉਣਾ ਆ। ਕੋਈ ਵੀ ਆਪਸ ਵਿੱਚ ਆਪਾਂ ਤਕਰਾਰ ਨਹੀਂ ਕਿਸੇ ਨਾਲ ਕਰਨਾ, ਸਿਰਫ ਆਪਾਂ ਗੁਰੂ ਨੂੰ ਸਮਰਪਿਤ ਆ।
ਆਪਾਂ ਘਰਾਂ ਦੇ ਵਿੱਚ ਜਾਈਦਾ, ਜਿਹੜਾ ਕੋਈ ਮਰ ਜਾਵੇ, ਕਿਸੇ ਦਾ ਵਿਆਹ ਹੁੰਦਾ ਆ ਤਾਂ ਵੀ ਤਾਂ ਆਪਾਂ ਜਾਂਦੇ ਆ। ਹੁਣ ਸਾਡੇ ਗੁਰੂ ਦਾ ਸਾਡਾ ਦਰਬਾਰ ਜਿਹੜਾ ਖੁੱਲ੍ਹ ਗਿਆ ਆ, ਆਪਾਂ ਪੁਰਾਣੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਭੁਲਾ ਕੇ ਹੁਣ ਆਪਸ ਵਿੱਚ ਆਪਾਂ ਇਕੱਠੇ ਹੋ ਗਏ ਤੇ ਗੁਰਦੁਆਰੇ ਸਾਹਿਬ ਦੀ ਜਿਹੜੀ ਮਰਿਆਦਾ ਜਿਹੜੀ ਬਹਾਲ ਕਰਾਈਏ ਤੇ ਰੋਜ਼ ਸਵੇਰੇ ਸ਼ਾਮ ਆਪਾਂ ਆਈਏ। ਧੰਨਵਾਦ ਸਾਡੇ ਡੀਐਸਪੀ ਸਾਹਿਬ ਦਾ ਤੇ ਹੋਰ ਐਸਡੀਐਮ ਸਾਹਿਬ ਦਾ, ਹੋਰ ਭਾਈ ਪਰਵਿੰਦਰ ਸਿੰਘ ਜੀ, ਭਾਈ ਨੋਬਲਜੀਤ ਸਿੰਘ ਜੀ ਜਿਹੜੇ ਆਏ ਆ ਸ਼੍ਰੋਮਣੀ ਅਕਾਲੀ ਦਲ ਮਾਨ ਪਾਰਟੀ ਵੱਲੋਂ, ਤੇ 10ਵੀਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵੱਲੋਂ ਕੱਲ੍ਹ ਦੀ ਆਪਾਂ ਜਿਹੜੀ ਦਰਖਾਸਤ ਦਿੱਤੀ ਸੀ, ਤੋਂ ਅੱਜ ਗੁਰੂ ਸਾਹਿਬ ਨੇ ਜਿਹੜੀ ਆ ਪ੍ਰਵਾਨ ਵੀ ਸਾਡੀ ਕਰ ਲਈ ਜਿਹੜੀ ਸੇਵਾ ਇੱਥੇ। ਸੋ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜਿਵੇਂ ਕਿ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ ਅੱਜ ਟੋਡਰਪੁਰ ਵਿਖੇ ਇਕੱਤਰਤਾ ਕੀਤੀ ਗਈ ਹੈ, ਜੋ ਕਿ ਪੁਰਾਣੇ ਸਮੇਂ ਤੋਂ ਇੱਥੇ ਗੁਰੂ ਘਰ ਦਾ ਜਿਹੜਾ ਮਸਲਾ ਸੀਗਾ ਦੋਨਾਂ ਧਿਰਾਂ ਦੇ ਵਿੱਚ ਸੀਗਾ, ਉਹ ਅੱਜ ਕੱਲ੍ਹ ਗੁਰੂ ਮਹਾਰਾਜ ਦੇ ਸਤਿਕਾਰ ਵਾਸਤੇ ਅਸੀਂ ਦਰਖਾਸਤ ਦਿੱਤੀ ਸੀਗੀ ਤੇ ਉਹ ਅੱਜ ਇੱਥੇ ਇਕੱਤਰਤਾ ਪਿੰਡ ਵਿੱਚ ਹੋਈ ਹੈ। ਐਸਡੀਐਮ ਸਾਹਿਬ, ਡੀਐਸਪੀ ਸਾਹਿਬ, ਐਸਐਚਓ ਸਾਹਿਬ ਆਏ ਨੇ। ਉਹਨਾਂ ਦੀ ਇਕੱਤਰਤਾ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ 15 ਦਿਨ ਦਾ ਸਮਾਂ ਕੋਰਟ ਦੇ ਕਾਗਜ਼ਾਤ ਦੇਖ ਕੇ ਜਿਹੜੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਕੱਲ੍ਹ ਤੋਂ ਇਹ ਬਹਾਲ ਕੀਤਾ ਗਿਆ। ਗੁਰੂ ਘਰ ਸਰਪੰਚ ਸਾਹਿਬ, ਲੰਬੜਦਾਰ ਸਾਹਿਬ ਨੇ ਜ਼ਿੰਮੇਵਾਰੀ ਲਈ ਹੈ ਤੇ ਅਸੀਂ ਵੀ ਇਹ ਪਿੰਡ ਵਾਸੀਆਂ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਜੇ ਸਾਡੇ ਸਿੰਘਾਂ ਦੀ ਵੀ ਲੋੜ ਹੈ ਇੱਥੇ, ਹੁਣ ਜਿਹੜੀ 15 ਦਿਨ ਸੇਵਾ ਚੱਲਣੀ ਹੈ, ਪਹਿਲਾਂ ਸਾਰੇ ਪਿੰਡ ਦੇ ਨੌਜਵਾਨ ਬਜ਼ੁਰਗ ਭੈਣਾਂ ਇਕੱਤਰ ਹੋ ਕੇ ਇੱਥੇ ਸੇਵਾ ਕਰੀਏ। ਇੱਥੇ ਸਾਰੀ ਜਿੱਦਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ ਬਹੁਤ ਸਫਾਈ ਕਰਨ ਵਾਲੀ ਹੈ, ਇਹਨੂੰ ਸਾਰੇ ਜਣੇ ਰਲ ਕੇ ਨੌਜਵਾਨ ਬੀਬੀਆਂ ਭੈਣਾਂ ਸਾਰੇ ਸਵੇਰੇ ਸ਼ਾਮੀ ਆਇਆ ਕਰੋ ਗੁਰਦੁਆਰੇ ਸਾਹਿਬ, ਇੱਥੇ ਸੇਵਾ ਸੰਭਾਲ ਕਰਕੇ। ਜਿਹੜਾ 30 ਤਰੀਕ ਦਾ ਟਾਈਮ ਦਿੱਤਾ ਵਾ ਪ੍ਰਸ਼ਾਸਨ ਨੇ ਵੀ, 30 ਤਰੀਕ ਨੂੰ ਸਾਰੇ ਜਣੇ ਇਕੱਤਰ ਹੋ ਕੇ ਫਿਰ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਾਂਗੇ। ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਗੁਰੂ ਮਹਾਰਾਜ ਜੀ ਦੇ ਕੜਾ ਪ੍ਰਸ਼ਾਦੀ ਦੇਖ ਕਰਕੇ ਉਹਨਾਂ ਕੋਲ ਪ੍ਰਵਾਨਗੀ ਲੈ ਕੇ ਜਿਹੜਾ ਇਹ ਬਹਾਲਗੀ ਕੀਤੀ ਜਾਵੇਗੀ। ਤੇ ਇਹੀ ਬੇਨਤੀ ਹੈ ਸਾਰੇ ਨਗਰ ਨੂੰ ਕਿ ਬਿਲਕੁਲ ਪ੍ਰੇਮ ਭਾਵਨਾ ਦੇ ਨਾਲ ਇੱਥੇ ਰਹਿਣਾ। ਮੈਂ ਕੋਈ ਵੀ ਗੱਲ ਜੇ ਕੋਈ ਗੱਲ ਕਰਦਾ ਹੈ ਜਿੱਦਾਂ ਇੱਥੋਂ ਜਾਣ ਤੋਂ ਬਾਅਦ, ਜਾਂ ਉਹ ਤੁਸੀਂ ਪ੍ਰਸ਼ਾਸਨ ਨੂੰ ਵੀ ਦੱਸਣਾ। ਮੈਂ ਆਪਸ ਦੇ ਵਿੱਚ ਸਰਪੰਚ ਸਾਹਿਬ ਨੇ, ਲੰਬੜਦਾਰ ਸਾਹਿਬ, ਇਹਨਾਂ ਨਾਲ ਸੁਝਾਅ ਕਰੋ। ਹੋਰ ਕੋਈ ਆਪਣੀ ਰਾਏ ਦੇਣੀ ਹੈ, ਜੇ ਕੋਈ ਹੋਰ ਕਿਸੇ ਵੀ ਚੀਜ਼ ਦੀ ਕਮੀ ਪੇਸ਼ੀ ਆਪ ਜੀ ਨੂੰ ਮਹਿਸੂਸ ਹੁੰਦੀ ਹੈ ਤੇ ਜਿਹੜੇ ਜੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਦੇ ਨਾਲ ਰਲ ਕੇ ਸਲਾਹ ਕਰਕੇ ਜਿਹੜੀ ਆ ਉਹ ਬਹਾਲਗੀ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ। ਸਾਰੇ ਨਗਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕਾਰਜ ਹੋਣਾ ਹੈ। ਭਾਈ ਦਵਿੰਦਰ ਸਿੰਘ ਜੀ, ਭਾਈ ਨੋਬਲਜੀਤ ਸਿੰਘ ਜੀ, ਡੀਐਸਪੀ ਸਾਹਿਬ ਆਏ ਨੇ, ਇਹਨਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਆ ਕੇ ਸਾਨੂੰ ਲੰਬੜਦਾਰ ਜੀ ਦੀ ਸਪੋਰਟ ਚਾਹੀਦੀ ਹੈ, ਉਹਨਾਂ ਤੋਂ ਬਿਨਾਂ ਨਹੀਂ ਅਸੀਂ ਕਰ ਸਕਦੇ। ਉਹ ਗੱਲ ਨਹੀਂ ਕਰਨੀ। ਹਾਂ ਚਲੋ ਕੋਈ ਗੱਲ ਨਹੀਂ, ਪਿਛਲੀਆਂ ਗੱਲਾਂ ਪਿੱਛੇ ਰਹਿ ਗਈਆਂ, ਛੇੜਨੀ ਨਹੀਂ ਮੈਨੂੰ ਸਭ ਤੋਂ ਹੋਈ ਆਈ ਹੈ। ਆਪਾਂ ਮਸਲੇ ਹੱਲ ਕਰ ਲਏ। ਬਾਕੀ ਉਹ ਸਾਡੇ ਜਿਹੜੇ ਚਲੋ ਥੋੜਾ ਆ ਜਾਓ ਬਾਬਾ ਜੀ, ਬੈਠੋ, ਆ ਜਾਓ। ਸੰਗਰਾਮ ਕਰਕੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਅੱਜ ਦਾ ਦਿਨ ਸਾਨੂੰ ਛੱਡ ਦਿਓ ਤੇ ਤੁਸੀਂ ਬਾਅਦ ਦੇ ਵਿੱਚ ਕਰ ਲਿਓ। ਉਹ ਕਿੰਨੀ ਤਰੀਕ ਨੂੰ? ਇਹ 30 ਤਰੀਕ ਤੱਕ ਕਹਿੰਦੇ ਪਏ ਆ ਤੇ ਦੇ ਲੈਣੇ ਫਿਰ ਆਪ ਦੇਖ ਲਈ ਬੱਚੇ ਨੂੰ ਉਹ ਹੁਣ ਇਹ ਕਰਨੇ ਉਹ ਕਰ ਲੱਗੇ ਆਪਾਂ। ਉਹ ਕਹਿੰਦੇ ਨੇ ਕਿ 30 ਤਰੀਕ ਤੱਕ ਦੇ ਰੋਣ ਕਾਗਜ਼ ਦੇ ਦਿਓ, ਕੁਝ ਸਟੇ ਆ ਕੀ ਨਹੀਂ ਨਹੀਂ ਨਾ, ਫਿਰ ਦੁਬਾਰਾ ਪਰਮਿਸ਼ਨ ਤਾਂ ਦੇ ਦੇਣੀ ਹੈ ਨਾ। ਆਹੀ ਚੱਲਦਾ ਉਹ ਦਰਸ਼ਨ ਕਰਨੇ ਪੈਣੇ, ਮਹਾਰਾਜ ਦੇ ਵੀ ਦਰਸ਼ਨ ਕਰਨੇ ਪੈਣੇ। ਮਹਾਰਾਜ ਐਡਾ ਬੜਾ ਜਿਹੜੇ ਅਸੀਂ ਤਾਂ ਕਹਿੰਦੇ ਨੇ ਉਹ ਸੰਗਤ ਵੀ ਆ ਸਕਦੀ ਹੈ। ਉਹੀ ਚੀਜ਼ ਤਾਂ ਹੀ ਬਾਬਾ ਜੀ ਅਸੀਂ ਸਫਾਈ ਕਰਕੇ ਇੱਕ ਵਾਰੀ ਹੈ ਨਾ ਕੁਝ ਵੀ ਨਾ ਹੋਵੇ, ਤਾਂ ਹੀ ਕਰਕੇ ਨਾ ਡਾਕੂਮੈਂਟ ਆਪਾਂ ਹੁਣ ਜਾ ਵੜੀਏ
ਹੁਣ ਜਾ ਬੜੀ ਹੈ। ਕੱਲ ਨੂੰ ਹੈ ਨਾ ਕੋਈ ਅੱਜ ਹੀ ਕਹਿ ਦਈਏ ਕਿ ਅੱਜ ਖੋਲ ਦਿਓ, ਕੱਲ ਨੂੰ ਕੋਈ ਸਟੇ ਆਰਡਰ ਹੋਏ, ਕੱਲ ਨੂੰ ਕੋਰਟ ਨੇ ਕਹਿਣਾ ਕਿ ਇਹਨਾਂ ਨੇ ਐਸਡੀਐਮ ਦੇ ਤੇ ਜਾ ਕੇ ਡੀਐਸਪੀ ਨੇ ਖਿਲਾਫ ਆਪਣੀ ਮਰਜ਼ੀ ਕਰ ਜੀ ਲੀਗਲੀ ਜਿਹੜੀ ਇਹਨਾਂ ਡਾਕੂਮੈਂਟੇਸ਼ਨ ਹੈਗੀ ਆ ਜਾਂ ਇਹ ਕੁੰਡੀਆਂ ਜਿਹੜੀਆਂ ਹੁੰਦੀਆਂ ਇਹ ਕਿਉਂਕਿ ਹੁਣ ਕੋਰਟ ਕਚਹਿਰੀ 'ਚ ਗਿਆ ਹੋਇਆ ਤਾਂ ਕਰਕੇ ਤੁਸੀਂ ਨਾ ਇਹਨਾਂ ਨੂੰ ਪਟਵਾਰੀ ਸਾਹਿਬ ਨੂੰ ਚਾਬੀ ਜ਼ਰੂਰ ਦਿਓ ਤਾਂ ਕਿ ਮਤਲਬ ਪ੍ਰਕਾਸ਼ ਹੋਣਾ ਚਾਹੀਦਾ। ਇਹ ਨੋਵਦੀ ਭਾਈ ਸਾਹਿਬ ਇਹਨਾਂ ਨੂੰ ਤੁਸੀਂ ਆਪਾਂ ਲਿਖ ਕੇ ਲੈਣੇ ਆ ਕੋਈ ਜ਼ਿੰਮੇਵਾਰੀ ਤੁਹਾਡੀ ਆ। ਇਹ ਲਿਖਦੇ ਕਿ ਆ ਕਾਗਜ਼ ਜਿਹੜਾ ਐਸਐਚਓ ਸਾਹਿਬ ਲਿਖਣ ਲੱਗੇ ਆ ਨਹੀਂ ਇੱਥੇ ਵੱਖਰਾ ਲਿਖਣਾ ਉਹ ਇੱਕ ਪੈਰਾ ਲਿਖਦੇ ਆ ਉਹ ਵਿੱਚ ਲਿਖਦੇ ਬਾਬਾ ਜੀ ਇਹਨਾਂ ਨੇ ਨਾ ਜੋ ਵੀ ਅਸੀਂ ਬਾਬਾ ਜੀ ਦੇ ਦਰਸ਼ਨ ਕਰਕੇ ਆਏ ਆ। ਅਸੀਂ ਤਿੰਨੇ ਜਾਣੇ ਐਸਐਚਓ ਦੀ ਮੈਡਮ ਅਸੀਂ ਤਿੰਨੇ ਜਾਣੇ ਕਰਕੇ ਆਏ ਆ, ਸਾਨੂੰ ਠੀਕ ਲੱਗਿਆ। ਬਾਕੀ ਤੁਸੀਂ ਜਿਹੜਾ ਦੇਖਣਾ ਹੈਗਾ ਉਹ ਬਾਬਾ ਜੀ ਆ ਜਾਂਦੇ ਹੈਗੇ ਆ ਤੇ ਉਹ ਤੁਸੀਂ ਦੇਖ ਲਿਓ ਕੋਈ ਠੀਕ ਹੈ ਜੀ। ਨਹੀਂ ਮੈਂ ਕਿਹਾ ਜਿਹੜੀ ਹੁਣ ਅਗਲੀ ਜਿਹੜੀ ਆ 15 ਦਿਨ ਚਲੋ ਅਸੀਂ ਨਾ ਰਵਿੰਦਰ ਸਿੰਘ ਉਹਨਾਂ ਨੂੰ ਵੀ ਨਾ ਦੇਖੋ ਉਹਨਾਂ ਦੀ ਉਮਰ ਆਈ ਤਾਂ ਸਾਰੀ ਉਮਰ ਉਹਨਾਂ ਨੇ ਕੀਤਾ ਆ ਇੱਥੇ ਤੇ ਅਸੀਂ ਐਵੇਂ ਨਾ ਉਹਨਾਂ ਨੂੰ ਥੋੜਾ ਜਿਹਾ ਨਾ ਪਤਾ ਕਰੇ ਡਰ ਜਾ ਵੀ ਜਾਂਦਾ ਮਤਲਬ ਇਹਨਾਂ ਨੇ ਪਤਾ ਨਹੀਂ ਮੇਰੇ ਸਿਰ ਕਿਹੜਾ ਬੰਨਣ ਲੱਗੇਗਾ ਸਰਕਾਰ ਦੀ ਜ਼ਿੰਮੇਵਾਰੀ। ਮੈਂ ਕਹਿੰਦਾ ਉਹ ਸਿਆਣੇ ਉਹ ਸਮਝਦੇ ਕਰਦੇ ਨੂੰ ਤੇ 45 ਸਾਲ ਹੋ ਗਏ। ਵਾਹ ਸਾਨੂੰ ਮਾਣ ਹੈ ਜੀ, ਸਾਨੂੰ ਪਤਾ ਜੀ। ਮੈਨੂੰ ਮੇਰੇ ਸ਼ਗੇ ਨੂੰ 22 ਸਾਲ ਹੋ ਗਏ। ਠੀਕ ਆ ਜੀ। ਨਹੀਂ ਉਹਨਾਂ ਨੂੰ ਵੀ ਮਾਣ ਆ, ਇਹਨਾਂ ਨੂੰ ਵੀ ਨਰਿੰਦਰ ਉਹਨਾਂ ਨੂੰ ਵੀ ਤੁਹਾਡੇ ਤੇ ਮਾਣ। ਨੰਬਰ ਦਾ ਪੂਰਾ ਲੱਗਿਆ ਜਿਹੜਾ ਪ੍ਰਕਾਸ਼ ਕਰਨਾ ਨਹੀਂ ਹੁੰਦਾ ਮੰਨ ਲਿਆ ਕਰੋ ਉਹਦੀ ਕਲੈਰਿਟੀ ਹੋਣੀ ਚਾਹੀਦੀ ਹੈ। ਨਹੀਂ ਮੇਰੇ ਕੋਲ ਨਹੀਂ ਚੱਕਿਆ ਮੈਂ ਉਹਨੂੰ ਪੁੱਛ ਲਿਆ ਜੀ ਕਰਦੇ ਨਹੀਂ ਇੱਕ ਮਿੰਟ ਇਹ ਵੀ ਗੱਲ ਦੱਸਣ ਨੂੰ ਸ਼ਾਰ ਨੇ ਕਰਦੀ ਯਾਰ ਮੈਂ ਭਾਈ ਜਿਹੜਾ ਟਾਈਮ ਤੋਂ ਬੈਠਾ ਨਾਮ ਦਾ ਪ੍ਰਕਿਰਤੀ ਦੇ ਮੁਤਾਬਕ ਸੀਗਾ ਜੀ। ਦਰਖਤ ਲਾਉਂਦੇ ਸੀ, ਬੂਟਿਆਂ ਲਾਉਂਦੇ ਸੀ, ਬੂਟੇ ਜੰਗਲ ਨੂੰ ਬਚਾਉਣ ਦੇ ਉਹਨਾਂ ਨੇ ਸ਼ੁਰੂ ਕੀਤਾ। ਉੱਥੇ ਮੈਨੂੰ ਬੜਾ ਅਪਰੋਚ ਕੀਤਾ, ਬੁੱਧੀਮਾਨ ਸਾਰੇ ਇਕੱਠੇ ਹੋਏ ਸੀਗੇ। ਹਾਂਜੀ ਬਹੁਤ ਵਧੀਆ ਉਹਨਾਂ ਨੇ ਪ੍ਰਕਿਰਤੀ ਲਈ ਕੀਤਾ। ਡਾਕਟਰ ਆ ਹੀਜ ਦਾ PhD ਉਹਨੂੰ ਵੀ ਜਿੱਦਾਂ ਤੁਸੀਂ ਕਹਿੰਦੇ ਉਹ ਕਹਿਣ ਜੀ ਤਾਂ ਪਾਗਲ ਹੈ, ਇਹਨੂੰ ਵੀ ਪਤਾ ਇਹ ਬੂਟਿਆਂ ਵਾਲਾ ਨਾਮ ਹੀ ਆ ਗਿਆ ਭਾਈ ਤੇ ਨਾਲ ਇਹ ਡਾਕਟਰ ਹੈ। ਡਾਕਟਰ ਨੂੰ ਬੂਟਿਆਂ ਨਾਲ ਕੀ ਸੰਬੰਧ ਹੁੰਦਾ ਮੈਨੂੰ ਇਹ ਨਹੀਂ ਪਤਾ ਜੀ। ਤੇ ਬੂਟਿਆਂ ਤੇ PhD ਕੀਤੀ ਹੋਈ ਉਹਨਾਂ ਨੇ ਤੇ ਮੈਨੂੰ ਉੱਥੇ ਕਿਹਾ ਤਾਂ 2 ਮਿੰਟ ਮੈਂ ਯੂਨੀਫਾਰਮ 'ਚ ਸੀਗਾ, ਮੈਨੂੰ ਵੀ ਦੇਤਾ ਟਾਈਮ। ਮੈਂ ਉਹਨਾਂ ਨੂੰ ਕਿਹਾ ਕਿ ਅੱਜ ਤੋਂ ਪ੍ਰਣ ਕਰਕੇ ਜਾਓ ਕਿ ਡਾਕਟਰ ਸਾਹਿਬ ਇੱਕ ਅਕਾਊਂਟ ਖੁਲਾਉਣਗੇ ਆਪਣਾ, ਉਹ ਅਕਾਊਂਟ ਡਿਸਪਲੇ ਕਰਨਗੇ ਜਿੰਨੇ ਤੁਹਾਡੇ ਮੈਂਬਰ ਆ ਉਹ ਨੈੱਟ ਤੇ ਚੱਲੇਗਾ ਵੀ ਇਸ ਅਕਾਊਂਟ 'ਚ ਕਿੰਨ 1 ਰੁਪਏ ਤੋਂ ਲੈ ਕੇ 100 ਰੁਪਏ ਤੱਕ ਜਮ੍ਹਾਂ ਕਰਾਉਣਾ ਉਹ ਤੁਹਾਡੀ ਮਰਜ਼ੀ ਆ। ਉਹਦੇ ਵਿੱਚ ਡਾਕਟਰ ਜੀ ਕਹਿੰਦੇ ਸਾਨੂੰ ਸ਼ਰਮ ਵਾਲੀ ਗੱਲ ਆ ਜੋ ਕੋਈ ਜਾ ਰਹੇ 1 ਤੋਂ 100। ਮੈਂ ਕਿਹਾ 1 ਤੋਂ 100 ਤੱਕ ਵੀ ਕਰਾ ਦੋਗੇ ਤੁਹਾਡੀ ਜਿਹੜੀ ਰੋਜ਼ ਯੋਗਦਾਨ ਆ ਨਾ ਜੀ ਇਹ ਹਜ਼ਾਰਾਂ ਤੱਕ ਚੱਲ ਜਾਣਾ, ਲੱਖਾਂ ਤੱਕ ਚੱਲ ਜਾਣਾ। ਤੇ ਅੱਜ ਮੈਨੂੰ ਡਾਕਟਰ ਸਾਹਿਬ ਦਾ ਫੋਨ ਆਇਆ ਤੇ ਭਾਜੀ ਸਾਡੇ ਅਕਾਊਂਟ ਦੇ ਵਿੱਚ ਲੱਖਾਂ ਵਾਲੀ ਗਿਣਤੀ ਸ਼ੁਰੂ ਹੋਣ ਲੱਗੀ ਅੱਜ। ਇਨੀਸ਼ੀਏਟਿਵ ਸ਼ੁਰੂ ਕੀਤਾ ਸੀ ਥੋੜੇ ਜਿਹੇ ਪੈਸੇ ਤਨਖਾਹ ਦੀ ਕੋਈ ਨਹੀਂ, ਇੱਥੇ 10-10 ਰੁਪਏ ਕੱਢਣ ਲੱਗਿਆ ਕੋਈ ਨਹੀਂ ਫਰਕ ਪੈਣਾ। ਅੱਜ ਉਹ ਕਹਿੰਦਾ ਮੈਂ ਗਜਾ ਕੀਤੀ, ਮੈਨੂੰ ਮਤਲਬ ਬਹੁਤ ਦੁੱਖ ਲੱਗਾ ਇਸ ਗੱਲ ਨੂੰ। ਕਹਿੰਦਾ ਜੀ 500 ਤੋਂ ਵੀ 650 ਰੁਪਇਆ ਹੋਇਆ ਯਾਰ। ਅਸੀਂ ਇਹਨਾਂ ਨੇ ਸੋਹਣੇ ਸਾਨੂੰ ਦਸਤਾਰਾਂ ਦਿੱਤੀਆਂ, ਸਭੇ ਸਰੂਪ ਦਿੱਤੇ ਆ ਮਹਾਰਾਜ ਨੇ, ਤੇ ਜਦੋਂ ਅਸੀਂ ਕੱਢਣ ਦੀ ਵਾਰੀ ਆਉਂਦੀ ਪੈਸੇ ਤਾਂ ਉਦੋਂ ਅਸੀਂ ਸਿਰਫ 10 ਸਭ ਤੋਂ ਛੋਟਾ ਨੋਟ ਕੱਢ ਕੇ ਤੇ ਕੱਢਦੇ ਹਾਂ ਜੀ। ਆਹ ਲੱਗੇਗਾ ਹੁਣ ਦੇਖੋ ਉਹਦਾ ਘਰ ਚੱਲ ਸਕਦਾ, ਉਹਦਾ ਬੱਚਾ ਉਹਦੀ ਉਹ ਘਰ ਚਲਾ ਨਹੀਂ 10 ਮਹੀਨਿਆਂ 'ਚ ਇਹ ਗੁਰੂ ਘਰ ਦੀ ਹਾਂਜੀ ਜਿੱਥੇ ਸੋਨੇ ਵਾਲੀ ਗੱਲ 5-6 ਹਜ਼ਾਰ ਰੁਪਇਆ ਸੰਗਰਾਂਦ ਵਾਲੇ ਤੇ ਨਹੀਂ ਇੱਥੇ ਨੰਬਰਦਾਰ ਸਾਹਿਬ ਨੇ ਦੱਸਿਆ ਵੀ ਉੱਦਾਂ ਵੀ ਆਉਂਦੇ ਬੰਦੇ ਵੀ ਦਿੰਦੇ ਗਏ। ਮੈਂ ਉਹ ਤਾਂ ਲੱਗਾ ਦੱਸਣਾ ਤੇ ਉਹ ਕਹਿੰਦਾ ਮੈਂ ਮੰਗ ਕੇ ਅਸੀਂ ਕਦੀ ਵੀ ਮੰਗ ਕੇ ਦੇਖਦਾ ਸਮਾਨ ਨਹੀਂ। ਇੱਕ ਵਾਰ ਕਹਿੰਦਾ ਮੇਰੇ ਬਾਅਦ ਦੇਖ ਦੇਣਾ ਸੀ। ਇੱਕ ਮਿੰਟ ਸਿੰਘ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ। ਸਤਿ ਸ਼੍ਰੀ ਅਕਾਲ। ਪਿੰਡ ਵੀ ਤੁਹਾਡੇ ਨਾਲ ਸੀ ਸਾਰਾ ਅਜੀਬ ਉਹਦੇ ਨਾਲ ਕੌਣ ਆ? ਉਹਦੇ ਨਾਲ ਜੇ ਮੈਨੂੰ ਨਹੀਂ ਉਹਦੇ ਨਾਲ ਤਾਂ ਉਹ ਤਾਂ ਇਕੱਲਾ ਹੀ ਆਉਂਦਾ। ਉਹ ਜਨਾਬ ਇੱਕ ਮਿੰਟ ਮੈਂ ਗੱਲ ਸੁਣ ਲਓ ਮੇਰੀ। ਹਾਂਜੀ ਦੇਖੋ ਰੂਪ ਅਸੀਂ ਇੱਥੋਂ ਵੀ ਜਾਂਦੇ ਕਿਤੇ ਕੇਵਲ ਮੈਂ ਕਹਿੰਦਾ ਪਾਡਾ ਵੀ ਜਾ ਕੇ ਸਰੂਪ ਆਪਣੀ ਜਾ ਕੇ ਕਹਿੰਦੇ ਦੇਣਾ ਉਹ ਬੜੀ ਲੈ ਕੇ ਜਾਣਾ ਚੜਾਵਾ ਕਿੱਦਾਂ ਇਹਦੀ ਆਮਰ ਬਦਲ ਜੀ ਜਨਾਬ ਲਿਖਾ ਦਿਓ ਫਿਰ ਆ ਲਿਖ ਦਿੰਦੇ ਇਹਨਾਂ ਲੋਕਾਂ ਨੇ ਨਾ ਸੋਚਿਆ ਨਹੀਂ ਕਿਸੇ ਨੇ ਵੀ ਗੱਲ ਕਮੀਆਂ ਵੀ ਹੁੰਦੀਆਂ ਅਸੀਂ ਸਾਰੇ ਜਿਹੜਾ ਕੋਈ ਇੱਕ ਬੰਦੇ ਦੇ ਸਿਰ ਇਹ ਦੱਸੀ ਜਾ ਸਕਦੀ ਹੈ, ਪਰ ਅਸੀਂ ਸਾਰਿਆਂ ਮਤਲਬ ਸਾਰਿਆਂ ਨੂੰ ਨਹੀਂ ਅਸੀਂ ਇਹ ਗੱਲ ਕਹਿ ਸਕਦੇ। ਠੀਕ ਆ ਉਹ ਬੰਦੇ ਦੇ ਸੰਦਰਭ 'ਚ ਤੁਸੀਂ ਗੱਲ ਕਹੀ ਉਹ ਠੀਕ ਆ, ਪਰ ਇਹ ਦਰੁਸਤ ਨਹੀਂ ਤੁਸੀਂ ਕਰਨੀ। ਇਹ ਕੋਈ ਇੱਦਾਂ ਦੀ ਦਿੱਕਤ ਹੁੰਦਾ ਤੁਸੀਂ ਦਰੁਸਤ ਕਰਨੀ ਕਿਹੜੇ
ਅਸੀਂ ਕਹਿੰਦੇ ਕੋਈ ਵੀ ਨਾ ਰੱਖੋ, ਤੁਸੀਂ ਕਰੋ। ਅੱਜ ਜੋ ਇਕਰਾਰਨਾਮਾ ਰਾਜੀਨਾਮਾ ਹੋਇਆ ਹੈ, ਅੱਜ ਮਿਤੀ 17/9/2022 ਨੂੰ ਪਿੰਡ ਟੋਡਰਪੁਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਿੱਚ ਪਿੰਡ ਦੀਆਂ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਹਨ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਵੱਲੋਂ ਮਾਨਯੋਗ ਡੀਸੀ ਸਾਹਿਬ ਹੁਸ਼ਿਆਰਪੁਰ ਜੀ ਨੂੰ ਬਾਬਤ ਗੁਰਦੁਆਰਾ ਸਾਹਿਬ ਵਿੱਚ ਆਪਸ ਵਿੱਚ ਚੱਲ ਰਹੇ ਝਗੜੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਹੀ ਢੰਗ ਨਾਲ ਨਾ ਹੋਣ ਕਾਰਨ ਦਿੱਤੀ ਬਾਬਤ ਬੈਠਕ ਹੋਈ ਹੈ, ਜਿਸ ਵਿੱਚ ਸਮੂਹ ਪਿੰਡ ਵੱਲੋਂ ਹਮ ਸਲਾਹ ਹੋ ਕੇ ਜਵਾਨੀ ਦੱਸਿਆ ਗਿਆ ਕਿ ਮਾਨਯੋਗ ਅਦਾਲਤ ਵਿੱਚੋਂ ਨਿਸ਼ਾਨ ਸਾਹਿਬ ਜੀ ਨੂੰ ਲੈ ਕੇ ਪਰਮਾਨੈਂਟ ਇੰਜੈਕਸ਼ਨ ਅਤੇ ਗੁਰਦੁਆਰਾ ਸਾਹਿਬ ਵਿੱਚ 144 CRPC ਦੇ ਆਰਡਰ ਪਾਸ ਕੀਤੇ ਗਏ ਹਨ, ਜਿਸ ਬਾਬਤ ਦੋਵੇਂ ਧਿਰਾਂ SDM ਸਾਹਿਬ ਜੀ ਪਾਸ ਆਰਡਰ ਲੈ ਕੇ ਹਾਜ਼ਰ ਹੋਣਗੀਆਂ ਲਿਖਿਆ ਜੀ। ਹਾਂਜੀ ਹਾਂਜੀ ਦੋਵੇਂ ਧਿਰਾਂ ਆਰਡਰ ਲੈ ਕੇ ਹਾਜ਼ਰ ਹੋਣਗੀਆਂ, ਜੋ ਅੱਜ ਤੋਂ ਬਾਅਦ ਸਮੂਹ ਪਿੰਡ ਦੋਵੇਂ ਧਿਰਾਂ ਗੁਰੂ ਘਰ ਦੀ ਸੇਵਾ ਕਰਨਗੀਆਂ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਅਤੇ ਬਰਕਰਾਰ ਰੱਖਣਗੀਆਂ। ਇਸ ਸੰਬੰਧੀ ਇੱਕ ਵੱਖਰਾ ਤੌਰ ਤੇ 30 ਤਰੀਕ ਤੱਕ ਸਾਰੇ ਵੱਖਰੇ ਤੌਰ ਤੇ 30 ਤਰੀਕ ਤੱਕ ਸਾਰੇ ਦਸਤਾਵੇਜ਼ ਦਰਖਾਸਤਾਂ ਅਤੇ ਕੋਰਟ ਕੇਸ ਪੇਸ਼ ਕਰਨਗੇ। ਇਹ ਇਕਰਾਰਨਾਮਾ ਅਤੇ ਰਾਜੀਨਾਮਾ ਸਾਰੇ ਪਤਵੰਤੇ ਸੱਜਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਮੋਹਤਵਾਰ ਪਤਵੰਤੇ ਸੱਜਣਾ ਦੀ ਹਾਜ਼ਰੀ ਵਿੱਚ ਬਿਨਾਂ ਕਿਸੇ ਦਬਾਅ ਆਪਣੀ ਖੁਸ਼ੀ ਨਾਲ ਕੀਤਾ ਜਾ ਰਿਹਾ ਹੈ। ਬਸ ਜੀ ਸਮਾਪਤ। ਦੱਸੋ ਹੋਰ ਕੁਝ ਠੀਕ ਹੈ? ਸਾਰੇ ਹੱਥ ਖੜੋ ਕਰੋ, ਜਕਾਰਾ ਲਾ ਦਿਓ ਜਿਹਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਨਿਹਾਲ। ਸਤਿ ਸ੍ਰੀ ਅਕਾਲ।